ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਓ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾਮ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨਾ ਆਵੇ ਨੇੜੇ।
तृष्णा अगन प्रभ आप बुझाई। नानक उदरे प्रभ शरणाई। तृष्णा अगन प्रभ आप बुझाई। नानक उदरे प्रभ शरणाई। वाहिगुरु जी का खालसा वाहिगुरु जी की फतेह। वाहिगुरु जी चेतना है तो चेत लै, निस दिन मैं प्राणी। छिन छिन औद बेहात है, फूटे घट ज्यों पानी। भई प्रापत मानुख देहरिया, गोबिंद मिलन की ए तेरी वरिया। अवर काज तेरे कितै न काम, मिल साध संगत भज केवल नाम। ज्यों बुलावैं त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। वाहिगुरु जी सखी काजल हार तंबोल, सवै किस साजिया। सोलह किए सिंगार के अंजन पाजिया। सखी काजल हार तंबोल, सवै किछ साजिया। सोलह किए सिंगार के अंजन पाजिया। जे घर आवे कंत तां सब किछ पाइयै। हर हां कंतै वाज सिंगार, सब बिरथा जाइयै। जिस घर वसिया कंत सा बड़ भागणे। तिस बनिया हब सिंगार, साई सुहागणे। हाँ सुते होए अचिंत, मन आस पुराइया। हर हां जा घर आया कंत, ता सब किछ पाइया। हाँ सुती होए अचिंत, मन आस पुराइया। हर हां जा कर आया कंत,
ਤਾਂ ਸਭ ਕਿਛ ਪਾਈਆ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਸਤ ਸੰਗਤ ਦੀਆਂ ਅਮੋਲਕ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੁਰਤ ਇਕਾਗਰ ਕਰੀਏ। ਤਨ ਮਨ ਕਰਕੇ ਹਾਜ਼ਰ ਹੁੰਦਿਆਂ ਗੁਰ ਫਤਿਹ ਦੀ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਬਾਣੀ ਦਾ ਆਨੰਦ ਮਾਣ ਰਹੇ ਹਾਂ। ਪਾਵਨ ਸਥਾਨ 'ਤੇ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਵਿੱਚੋਂ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਪਾਵਨ ਬਚਨ ਤਿੰਨਾਂ ਦਾ ਪਾਠ ਪ੍ਰੇਮ ਨਾਲ ਸਰਵਣ ਕੀਤਾ ਹੈ। ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਬਚਨ ਜੋ ਕਿ ਪੁਨਹੇ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1361 ਅਤੇ 62 ਉੱਤੇ ਸਵਾਇਮਾਨ ਹਨ। ਤਿੰਨਾਂ ਦਾ ਪਾਠ ਹੁਣੇ ਹੀ ਸਰਵਣ ਕੀਤਾ ਹੈ। ਪੰਜਵੇਂ ਪਾਤਸ਼ਾਹ ਜੀ ਅੱਜ ਦੇ ਪਾਵਨ ਬਚਨਾਂ ਵਿੱਚ ਜਿਹੜੀ ਉਦਾਹਰਨ ਦੇ ਰਹੇ ਹਨ ਉਹ ਸਾਡੇ ਸੰਸਾਰਿਕ ਇੱਕ ਪਰਿਵਾਰਕ ਜੀਵਨ ਦੀ ਦੇ ਰਹੇ ਨੇ, ਪਰ ਸਤਿਗੁਰੂ ਜੀ ਸਮਝਾ ਉਸ ਮਾਲਕ ਜੀ ਦੇ ਪ੍ਰੇਮ ਦੀ ਗੱਲ ਰਹੇ ਹਨ। ਉਦਾਹਰਨਾਂ ਹਨ ਪਤੀ ਪਤਨੀ ਦੇ ਜੀਵਨ ਦੀਆਂ, ਉਦਾਹਰਨਾਂ ਹਨ ਸੁਹਾਗਣਾ ਤੇ ਦੁਹਾਗਣਾ ਦੇ ਜੀਵਨ ਦੀਆਂ, ਪਰ ਅਸਲ ਵਿੱਚ ਗੱਲ ਹੈ ਅੰਦਰਲੇ ਆਤਮਿਕ ਜੀਵਨ ਦੀ। ਸੁਹਾਗਣ ਦਾ ਭਾਵ ਸੰਸਾਰ ਵਿੱਚ ਉਸ ਬੀਬੀ ਨੂੰ, ਉਸ ਇਸਤਰੀ ਨੂੰ ਕਿਹਾ ਜਾਂਦਾ ਹੈ ਜਿਹਦਾ ਆਪਣੇ ਪਤੀ ਨਾਲ ਪ੍ਰੇਮ ਹੋਵੇ, ਆਪਸ ਵਿੱਚ ਮਿਲਵਰਤਨ ਹੋਵੇ। ਤੇ ਸਤਿਗੁਰੂ ਦੇ ਘਰ ਵਿੱਚ ਸੁਹਾਗਣ ਕਿਹਾ ਜਾਂਦਾ ਹੈ ਜਿਸ ਜੀਵ ਆਤਮਾ ਦਾ ਵਾਹਿਗੁਰੂ ਦੇ ਘਰ ਨਾਲ ਪ੍ਰੇਮ ਪੈ ਜਾਏ, ਏਕਮਿਕ ਹੋ ਜਾਏ। ਸੰਸਾਰ ਵਿੱਚ ਦੁਹਾਗਣ ਕਿਹਾ ਜਾਂਦਾ ਹੈ ਉਸ ਇਸਤਰੀ ਨੂੰ ਜਿਹਦੀ ਆਪਣੇ ਪਤੀ ਨਾਲ ਨਾ ਬਣਾਵੇ, ਜਿਹੜੀ ਭੈੜੇ ਕੁਕਰਮਾਂ ਵਿੱਚ ਪੈ ਜਾਏ। ਇੱਕ ਪਤੀ ਦਾ ਦਰ ਛੱਡ ਕੇ ਥਾਂ ਥਾਂ 'ਤੇ ਖੁਆਰ ਹੋਵੇ ਉਹਨੂੰ ਦੁਹਾਗਣ ਕਿਹਾ ਜਾਂਦਾ ਹੈ। ਤੇ ਗੁਰੂ ਦੇ ਘਰ ਵਿੱਚ ਉਸ ਜੀਵ ਆਤਮਾ ਨੂੰ ਦੁਹਾਗਣ ਕਿਹਾ ਗਿਆ ਜਿਹੜੀ ਜੀਵ ਆਤਮਾ ਇੱਕ ਪਤੀ ਪਰਮਾਤਮਾ ਦਾ ਦਰ ਛੱਡ ਕੇ ਥਾਂ ਥਾਂ 'ਤੇ ਗੁਲਾਮ ਹੋਈ ਹੈ। ਇੱਕ ਨੂੰ ਛੱਡ ਕੇ ਤਰ੍ਹਾਂ ਤਰ੍ਹਾਂ ਦੀ ਪੂਜਾ ਵਿੱਚ ਭਰਮਾਂ ਵਿੱਚ ਪਈ ਹੈ। ਉਸ ਜੀਵ ਆਤਮਾ ਨੂੰ ਗੁਰੂ ਸਾਹਿਬ ਨੇ ਦੁਹਾਗਣ ਕਿਹਾ। ਅੱਜ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਦਾਹਰਨ ਸੰਸਾਰਿਕ ਪਰਿਵਾਰਕ ਜੀਵਨ ਦੀ ਦੇ ਰਹੇ ਨੇ। ਆਓ ਕੀ ਉਦਾਹਰਨ ਦਿੰਦੇ ਨੇ, ਪ੍ਰੇਮ ਨਾਲ ਵਿਚਾਰੀਏ। ਸਖੀ ਕਾਜਲ ਹਾਰ ਤੰਬੋਲ ਸਵੈ ਕਿਸ ਸਾਜਿਆ। ਸਖੀ ਹੈ ਸਖੀਏ, ਜਿਵੇਂ ਇੱਕ ਬੀਬੀ ਆਪਣੀ ਸਹੇਲੀ ਨੂੰ ਕਹਿੰਦੀ ਹੈ ਹੇ ਸਹੇਲੀਏ। ਗੁਰੂ ਸਾਹਿਬ ਵੀ ਗੱਲ ਕਰ ਰਹੇ ਹਨ, ਸ਼ਬਦਾਵਲੀ ਪਰਿਵਾਰਕ ਹੈ। ਸਾਹਿਬ ਕਹਿੰਦੇ ਹੇ ਸਖੀਏ, ਮੈਂ ਆਪਣੇ ਜੀਵਨ ਵਿੱਚ ਆਪਣੇ ਤਨ ਉੱਤੇ ਕਾਜਲ ਪਾਵ ਕੇ ਅੱਖਾਂ ਵਿੱਚ ਸੁਰਮਾ ਵੀ ਪਾ ਲਿਆ ਹੈ, ਹਾਰ ਵੀ ਪਾ ਲਿਆ ਹੈ, ਮੈਂ ਪੂਰਾ ਸ਼ਿੰਗਾਰ ਕੀਤਾ ਹੈ, ਪਾਨ ਵੀ ਤਿਆਰ ਕਰ ਲਿਆ ਹੈ। ਸਵੈ ਕਿਸ ਸਾਜਿਆ, ਇਹ ਸਾਰੀਆਂ ਚੀਜ਼ਾਂ ਮੈਂ ਤਿਆਰ ਕਰ ਲਈਆਂ ਨੇ। ਹੁਣ ਹਾਰ ਪਾਉਣਾ, ਅੱਖਾਂ ਵਿੱਚ ਸੁਰਮਾ ਪਾਉਣਾ, ਇਹ ਬਾਹਰਲੇ ਸ਼ਿੰਗਾਰ ਦੀਆਂ ਕਹਾਣੀਆਂ ਨੇ, ਬਾਹਰਲੇ ਸ਼ਿੰਗਾਰ ਦੀਆਂ ਨਿਸ਼ਾਨੀਆਂ ਨੇ। ਸਤਿਗੁਰੂ ਕਹਿੰਦੇ ਨੇ ਜਿਵੇਂ ਸੰਸਾਰ ਵਿੱਚ ਇੱਕ ਇਸਤਰੀ
पति नाल प्रेम नूं बढ़ाउण वास्ते सिंगार करदी है, उस तरह ही मैं सिंगार कर लिया। ते साहब कहंदे 16 कीए सिंगार के अंजन पाजिया। संसारिक तौर ते आम ही गल्लां सुणदे आ जी, 16 तरह के सिंगार हुंदे ने। जिन्हां ने जिस इस्त्री ने 16 तरह के सिंगार किए होण, उन्होंने कहा जाता है कि इन्हें अपना सिंगार पूरा कर लिया। तो साहब जी कहते ने मैं भी 16 किए सिंगार, मैं भी 16 तरह के सिंगार कर लेने, भाव के पूरी तरह अपने जीवन को सिंगार लिया। कि अंजन पाजिया, अखां विच अंजन भाव के सुरमा भी पाया है, बाकी दे सारे सिंगार भी कर लए ने, अखां में सुरमा भी पा लिया। हुण इतना कोई संसारिक तौर पर इस्त्री ने सिंगार किया होवे ते सिंगार का भाव हुंदा है पति नाल प्रेम बने, आपस में दोवें एक दूजे दे नाल एकमिक होवन, सुरत दोवां दी एकागर होवे। पर साहब जी ने नाल वचन कहते जे कर आवे कंत ता सब किछ पाईए। हुण किसी बीबी ने सिंगार दा कीता है, ते सिंगार दा मकसद है आपस विच प्रेम बने। सतगुरु कहते जे पति ने अपनी पत्नी नूं वेख के प्रेम किया है तो उहदा सिंगार विरथ सफला हो जाएगा। उहदा कीता होया सिंगार तां सफला है जे आपस विच प्रेम बन जाए, परिवार विच एकता बन जाए। पर जेकर आपस विच प्रेम ही ना बनिया, आपस विच एक दूसरे दीयां भावनावां दा सत्कार ही ना होया, तो साहब कहंदे हर हाँ कंते वाज सिंगार सब बिरथा जाइए। जे पति नूं खुश करने वास्ते सिंगार किया सी, पति ने ध्यान नाल वेखना भी नहीं किया, तो साहब कहंदे भाई फिर सिंगार तो बिरथा चला गया, किसे काम ना आया। हुण धर्म की दुनिया विच असीं जीव आत्मावां सिंगार करते हाँ धर्म का। उदाहरण दी है सतगुरां ने परिवारिक जीवन की, कि जिमें एक पत्नी सिंगार करती है तां जो पति नाल बण आवे, उस तरह धर्म की दुनिया में असीं जीव आत्मावां असीं भी सिंगार करते हाँ। उन्होंने कहा जाता है धर्म का सिंगार। जितने असीं धर्म के चिन्ह पहनते हाँ, ये साडा सिंगार है। जे सतगुरु ने सानू क्या सिखा केस दाड़े सलामत रखी, सिख ने वह भी रखे, 5 ककारी रहत भी धारण की, गुरु की गल मन के सिख बाणी भी पढ़ता है, तो समझो असी ये सिंगार कर रहे हाँ जीवन के। हुण बंदे ने सारे कुछ कर लिया, किता किस वास्ते? गुरु की खुशी लैण वास्ते। धर्म के रस्ते ते तुरे, अमृत वेले जागे, यतन किया, उठण का यतन नहीं सी बंदे दा करदा, पर यह सिंगार भी किया कि आदत बना लई। हुण सारा कुछ करदे आ तां सफल है जे मालिक दे दर ते प्रवान हो जाइए। जे सारा कुछ असी कर भी लिया, कितनी मेहनत भी की, धर्म के चिन्ह भी धारण किए, धर्म के कर्म भी किए, रब दे करते प्रवान ही ना होए, तो साहब ने कहा हर हाँ कंते वाज सिंगार सब विरथा जाइए। हे भाई, हे हरि परमात्मा जी, जे तू ना सानू मिलिया तो साडे धर्म के कीते सिंगार किसी काम दे नहीं हैं। जिमें संसारिक तौर पर पति पत्नी का प्रेम ही ना बने तो सिंगार दे विचों की मिलेगा? आपस में एक दूसरे का सत्कार ही ना बनिया तो बाहरले सिंगार करदियां करदियां बंदा सारा दिन लगाता रहे, तो जे प्रेम ही नहीं है परिवार में, आपस में लड़ाई झगड़े ही ने, तो वह जीवन में सिंगार का कोई काम नहीं, बिल्कुल विरथा है। उस तरह जे धर्म के गुण धारण किए, धर्म के नियमां विच रहिया,
ਬੰਦਾ ਧਰਮੀ ਨਹੀਂ ਬਣ ਸਕਿਆ, ਗੁਰੂ ਨਾਲ ਪ੍ਰੇਮ ਨਹੀਂ ਬਣਾ ਸਕਿਆ, ਤਾਂ ਧਰਮ ਦੇ ਸ਼ਿੰਗਾਰ ਵੀ ਕਿਸੇ ਕੰਮ ਦੇ ਨਹੀਂ। ਹਾਂ, ਬੰਦੇ ਦਾ ਸੋਹਣਾ ਜਾਪੇਗਾ ਜੀ, ਬੰਦੇ ਨੇ 5 ਕਕਾਰੀ ਰਹਿਤ ਪਾਈ ਹੈ, ਪਰ ਜੇ ਕਰਮ ਨਹੀਂ ਕਿ ਇਸ ਤਰ੍ਹਾਂ ਦੇ ਕਿ ਰੱਬ ਨਾਲ ਪ੍ਰੇਮ ਬਣੇ, ਕਿਉਂਕਿ ਹੋ ਸਕਦਾ ਹੈ ਇਹ ਪਰਿਵਾਰਕ ਜੀਵਨ ਵਿੱਚ, ਸੰਸਾਰ ਵਿੱਚ ਬਾਹਰਲੇ ਸ਼ਿੰਗਾਰ ਕੀਤੇ ਹੋਵਣ, ਪਰ ਬੰਦੇ ਦੇ ਕਰਮ ਚੰਗੇ ਨਾ ਹੋਵਣ, ਆਦਤਾਂ ਬੁਰੀਆਂ ਹੋਵਣ, ਤੇ ਸੰਸਾਰ ਵਿੱਚ ਸਿਆਣੇ ਕਹਿ ਦਿੰਦੇ ਨੇ, ਭਾਈ ਆ ਮੂੰਹ ਸਿਰ ਪੋਚੇ ਦਾ ਕੀ ਫਾਇਦਾ ਜੇ ਬੰਦੇ ਨੂੰ ਬੋਲਣ ਦੀ ਅਕਲ ਨਹੀਂ, ਬੰਦੇ ਨੂੰ ਆਪਸ ਵਿੱਚ ਬੈਠਣ ਦੀ ਅਕਲ ਨਹੀਂ। ਉਸੇ ਤਰ੍ਹਾਂ ਹੀ ਧਰਮ ਦੀ ਦੁਨੀਆ ਵਿੱਚ ਜੇ ਬੰਦੇ ਨੇ ਧਰਮ ਦੇ ਚਿੰਨ੍ਹ ਧਾਰਨ ਕਰ ਲਏ, ਧਰਮ ਦਾ ਸ਼ਿੰਗਾਰ ਕਰ ਲਿਆ, ਬੰਦੇ ਨੂੰ ਦੂਸਰੇ ਨਾਲ ਪ੍ਰੇਮ ਨਾਲ ਬੋਲਣਾ ਨਾ ਆਉਂਦਾ ਹੋਵੇ, ਨਿਮਰਤਾ ਨਾ ਰੱਖਣੀ ਆਉਂਦੀ ਹੋਵੇ, ਸਹਿਣਸ਼ੀਲਤਾ ਨਾ ਹੋਵੇ, ਤੇ ਧਰਮ ਦੇ ਚਿੰਨ੍ਹ ਧਾਰਨ ਕਰਕੇ ਬੰਦਾ ਕੀ ਧਾਰਨ ਕਰੇਗਾ? ਸ਼ਿੰਗਾਰ ਤਾਂ ਸਫਲ ਹੈ ਜੇ ਮਾਲਕ ਨਾਲ ਪ੍ਰੇਮ ਬਣੇ, ਸ਼ਿੰਗਾਰ ਤਾਂ ਸਫਲ ਹੈ ਜੇ ਘਰ ਵਿੱਚ ਪ੍ਰੇਮ ਬਣੇ, ਪਰਿਵਾਰ ਵਿੱਚ ਪ੍ਰੇਮ ਬਣੇ, ਤੇ ਗੁਰੂ ਕਾ ਕੀਤਾ ਸ਼ਿੰਗਾਰ, ਧਰਮ ਦਾ ਸ਼ਿੰਗਾਰ ਵੀ ਤਾਂ ਸਫਲ ਹੈ ਜੇ ਇਹ ਸ਼ਿੰਗਾਰ ਦੇ ਨਾਲ ਜੁੜ ਕੇ ਸਾਡੀ ਸੰਸਾਰ ਵਿੱਚ ਵੀ ਸਤਿਕਾਰ ਹੋਵੇ ਤੇ ਮਾਲਕ ਦੇ ਘਰ ਵਿੱਚ ਵੀ ਪ੍ਰੇਮ ਬਣੇ। ਇਸ ਕਰਕੇ ਸਾਹਿਬ ਨੇ ਬਚਨ ਕਹਿ ਦਿੱਤੇ, ਕਹਿੰਦੇ ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਐ, ਜੇ ਤਾਂ ਰੱਬ ਬਣ ਜਾਏ, ਜਿਵੇਂ ਸੰਸਾਰਿਕ ਤੌਰ ਤੇ ਪਤੀ ਪਤਨੀ ਦਾ ਪ੍ਰੇਮ ਬਣ ਜਾਏ ਤਾਂ ਪਾਈਏ, ਸਫਲਾ ਹੈ। ਹਰ ਹਾਂ ਕੰਤੇ ਵਜ ਸ਼ਿੰਗਾਰ ਸਭ ਵਿਰਥਾ ਜਾਈਏ, ਜੇ ਰੱਬ ਦੇ ਨਾਲ ਨਹੀਂ ਜੁੜੇ, ਉਸ ਪਤੀ ਪਰਮਾਤਮਾ ਦੇ ਘਰ ਨਾਲ ਜੁੜ ਹੀ ਨਹੀਂ ਸਕੇ, ਤਾਂ ਸਾਰਾ ਕੁਝ ਵਿਰਥਾ ਹੈ, ਕਿਸੇ ਕੰਮ ਦਾ ਨਹੀਂ। ਅੱਜ ਸੰਸਾਰ ਵਿੱਚ ਸ਼ਕਲਾਂ ਨੂੰ ਸਵਾਰਨ ਤੇ ਬੰਦੇ ਨੇ ਜ਼ੋਰ ਦਿੱਤਾ। ਸ਼ਕਲਾਂ ਨੂੰ ਸੰਵਾਰਨ ਵਾਲਾ ਬਾਹਰ ਸਾਡੇ ਕੋਲੇ ਬੜੇ ਸਾਰੇ ਸਾਧਨ ਨੇ, ਇਤਨਾ ਜ਼ਿਆਦਾ ਸਮਾਨ ਬਾਜ਼ਾਰ ਵਿੱਚੋਂ ਮਿਲਦਾ ਹੈ, ਇਤਨੇ ਜ਼ਿਆਦਾ ਲੋਕ ਇਸ ਖੇਤਰ ਨਾਲ ਜੁੜੇ ਹੋਏ ਨੇ ਜਿਹੜੇ ਬੰਦੇ ਨੂੰ ਬਾਹਰੋਂ ਸ਼ਿੰਗਾਰ ਦਿੰਦੇ ਨੇ। ਪੈਸੇ ਦੇ ਕੇ ਅਸੀਂ ਆਪਣੇ ਤਨ ਨੂੰ ਸ਼ਿੰਗਾਰ ਸਕਦੇ ਹਾਂ, ਪਰ ਜਿਹੜਾ ਸਾਡੀ ਮੱਤ ਨੂੰ ਸ਼ਿੰਗਾਰਨ ਵਾਲਾ ਸਾਧਨ ਹੈ ਉਹ ਨਾ ਸਾਡੇ ਘਰਾਂ ਵਿੱਚ ਹੈ, ਕਿਉਂਕਿ ਮੱਤ ਨੂੰ ਸ਼ਿੰਗਾਰਨਾ ਹੈ, ਚੰਗੀ ਮੱਤ ਨਹੀਂ, ਸਾਡੀ ਸੁਰਤ ਨੂੰ, ਸਾਡੇ ਜੀਵਨ ਨੂੰ ਅਸਲ ਵਿੱਚ ਸ਼ਿੰਗਾਰਨਾ ਹੈ। ਸਾਡੇ ਇਤਿਹਾਸ ਨੇ, ਸਾਡੇ ਗੁਰੂ ਸਾਹਿਬਾਂ ਦੀਆਂ ਸਾਖੀਆਂ ਨੇ, ਗੁਰੂ ਕੀ ਬਾਣੀ ਨੇ, ਚੰਗੇ ਸਾਹਿਤ ਨੇ। ਹੁਣ ਚੰਗੀਆਂ ਕਿਤਾਬਾਂ ਤਾਂ ਸਾਡੇ ਘਰ ਵਿੱਚ ਨਹੀਂ ਹਨ, ਪਰ ਜਿਹੜਾ ਤਨ ਨੂੰ ਸ਼ਿੰਗਾਰਨ ਵਾਲਾ ਸਮਾਨ ਸਾਡੇ ਕੋਲੇ ਪਹਿਲਾਂ ਹੀ ਮਹੀਨਾ ਐਡਵਾਂਸ ਘਰ ਵਿੱਚ ਪਿਆ ਹੁੰਦਾ, ਕਿਤੇ ਮੁੱਕ ਨਾ ਜਾਏ। ਤਨ ਨੂੰ ਸ਼ਿੰਗਾਰਨ ਵਾਲੇ ਸਮਾਨ ਦੀ ਕੋਈ ਘਾਟ ਨਹੀਂ, ਪਰ ਮਨ ਨੂੰ ਸ਼ਿੰਗਾਰਨ ਵਾਲਾ ਕੁਝ ਵੀ ਨਹੀਂ ਹੈ। ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਵੇਖਦੇ ਹਾਂ, ਛੋਟੀਆਂ ਛੋਟੀਆਂ ਬੱਚੀਆਂ ਬਚਪਨ ਵਿੱਚ ਨੇ, ਪਰ ਆਪਣੇ ਮਾਤਾ ਪਿਤਾ ਨੂੰ ਵੇਖਦੀਆਂ ਨੇ ਘਰ ਵਿੱਚ ਕਿਵੇਂ ਆਪਣੇ ਤਨ ਨੂੰ ਸ਼ਿੰਗਾਰਦੇ ਨੇ, ਉਸੇ ਤਰ੍ਹਾਂ ਸ਼ਿੰਗਾਰਦੀਆਂ ਨੇ, ਕਿਉਂਕਿ ਜੋ ਵੇਖਿਆ ਜਾਂਦਾ ਹੈ। ਹੁਣ ਜੇ ਮਾਤਾ ਪਿਤਾ ਖੁਦ ਕਦੇ ਬੈਠ ਕੇ ਕੋਈ ਧਾਰਮਿਕ ਕਿਤਾਬ ਨਹੀਂ ਪੜ੍ਹ ਰਹੇ, ਕੋਈ ਚੰਗਾ ਸਾਹਿਤ ਨਹੀਂ ਪੜ੍ਹ ਰਹੇ, ਤੇ ਬੱਚਿਆਂ ਨੇ ਵੇਖਿਆ ਨਹੀਂ, ਉਹ ਬਾਹਰੋਂ ਤਾਂ ਸ਼ਿੰਗਾਰਨ ਲੱਗ ਪਏ ਪਰ ਮਨ ਨਹੀਂ ਸ਼ਿੰਗਾਰਿਆ। ਇਸੇ ਕਰਕੇ ਸਾਹਿਬ ਕਹਿੰਦੇ ਨੇ ਇਹ ਸ਼ਿੰਗਾਰ ਵਿਰਥਾ ਹੀ ਗਿਆ ਜੇ ਰੱਬ ਨਾਲ ਪ੍ਰੀਤ ਨਾ ਬਣੀ। ਤੇ ਅਸੀਂ ਕਹਿ ਸਕਦੇ ਹਾਂ ਜੇ ਬਾਹਰਲਾ ਸ਼ਿੰਗਾਰ ਤਾਂ ਕੀਤਾ ਪਰ ਚੰਗੇ ਸੰਸਕਾਰ ਨਹੀਂ ਧਾਰਨ ਕੀਤੇ ਤੇ ਕੋਈ ਕੰਮ ਨਹੀਂ, ਕਿਸੇ ਕੰਮ ਦਾ ਹੀ ਨਹੀਂ ਸ਼ਿੰਗਾਰ। ਤੇ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ, ਕਹਿੰਦੇ ਜਿਸ ਕਰ ਵਸਿਆ ਕੰਤ ਸਾਬੜ ਭਾਗਣੇ, ਜਿਹੜੇ ਘਰ ਵਿੱਚ ਪਤੀ ਪਰਮਾਤਮਾ ਆ ਕੇ ਵਸ ਜਾਵੇ ਉਹ ਘਰ ਭਾਗਾਂ ਵਾਲਾ ਹੋ ਜਾਂਦਾ ਹੈ, ਉਹ ਸੁਹਾਗਣ ਇਸਤਰੀ ਭਾਗਾਂ ਵਾਲੀ ਹੋ ਜਾਂਦੀ ਹੈ। ਤਿਸ ਬਣਿਆ ਹਬ ਸਿੰਗਾਰ ਸਾਈ ਸੁਹਾਗਣੇ, ਜਿਹਦਾ ਪਤੀ ਨਾਲ ਪ੍ਰੇਮ ਬਣ ਗਿਆ, ਧਾਰਮਿਕ ਪੁਰਸ਼ ਦਾ ਰੱਬ ਨਾਲ ਪ੍ਰੇਮ ਬਣ ਗਿਆ, ਉਹਦਾ ਕੀਤਾ ਸਿੰਗਾਰ ਸੁਹਾਵਣਾ ਹੋ ਜਾਂਦਾ ਹੈ। ਨਹੀਂ ਤਾਂ ਜੇ ਬੰਦੇ ਦਾ ਪਰਿਵਾਰ ਵਿੱਚ ਪ੍ਰੇਮ ਨਾ ਹੋਵੇ ਤੇ ਬਾਹਰਲਾ ਸਿੰਗਾਰ ਵੀ ਕੋਝਾ ਜਾਪਦਾ ਹੈ।
ਉਸੇ ਤਰ੍ਹਾਂ ਹੀ ਜੇ ਰੱਬ ਨਾਲ ਪ੍ਰੇਮ ਨਾ ਹੋਵੇ, ਗੁਰੂ ਨਾਲ ਪ੍ਰੇਮ ਨਾ ਹੋਵੇ, ਤੇ ਧਰਮ ਦਾ ਸ਼ਿੰਗਾਰ ਵੀ ਕੋਝਾ ਜਾਪਦਾ। ਲੋਕੀ ਕਹਿੰਦੇ ਨੇ ਵੇਖੋ ਇਹ ਬੰਦਾ ਝੂਠ ਵੀ ਕਿਤਨਾ ਬੋਲਦਾ ਹੈ, ਵੈਸੇ ਵੇਖੋ ਇਹ ਧਰਮ ਦੇ ਚਿੰਨ੍ਹ ਵੀ ਧਾਰਨ ਕਰੀ ਬੈਠਾ ਹੈ। ਬੇਈਮਾਨੀ ਕਰਨ ਤੋਂ ਇਹ ਹਟਦਾ ਨਹੀਂ, ਪਰ ਵੈਸੇ ਧਰਮ ਦੇ ਚਿੰਨ੍ਹ ਵੀ ਇਹਨੇ ਧਾਰਨ ਕੀਤੇ ਹੋਏ ਨੇ। ਹੁਣ ਸਾਹਿਬ ਕਹਿੰਦੇ ਨੇ ਜੇ ਤਾਂ ਬੰਦੇ ਦਾ ਜੀਵਨ ਵਿੱਚ ਮਾਲਕ ਨਾਲ ਪ੍ਰੇਮ ਬਣ ਜਾਏ, ਤਿਸ ਬਣਿਆ ਹਬ ਸਿੰਗਾਰ ਸਾਈ ਸੁਹਾਗਣੇ। ਜਿਨ੍ਹਾਂ ਦਾ ਗੁਰੂ ਨਾਲ ਰੱਬ ਨਾਲ ਪ੍ਰੇਮ ਬਣ ਗਿਆ, ਉਹ ਅਸਲ ਵਿੱਚ ਸੁਹਾਗਣ ਜੀਵ ਆਤਮਾਵਾਂ ਨੇ, ਜੁੜੀਆਂ ਹੋਈਆਂ ਜੀਵ ਆਤਮਾਵਾਂ ਨੇ। ਸਾਹਿਬ ਕਹਿੰਦੇ ਹੋਂ ਸੁੱਤੇ ਹੋਏ ਅਚਿੰਤ ਮਨ ਆਸ ਪੁਰਾਈਆ। ਹਜ਼ੂਰ ਕਹਿੰਦੇ ਜਦੋਂ ਮੈਂ ਸੁਹਾਗਣਾ ਦਾ ਜੀਵਨ ਵੇਖਦੀ ਹਾਂ, ਸੁਹਾਗਣਾ ਦੇ ਜੀਵਨ ਨੂੰ ਵੇਖ ਕੇ ਉਹਨਾਂ ਕੋਲ ਮੈਂ ਸਿੱਖਿਆ ਲਈ ਕਿਹੜੇ ਗੁਣ ਧਾਰਨ ਕੀਤਿਆਂ ਮਾਲਕ ਨਾਲ ਪ੍ਰੇਮ ਬਣਨਾ ਹੈ, ਕਿਹੜੇ ਗੁਣ ਧਾਰਨ ਕੀਤਿਆਂ ਜੀਵਨ ਵਿੱਚ ਪਰਿਵਾਰ ਵਿੱਚ ਸੁੱਖ ਆਉਣਾ ਹੈ। ਜਦੋਂ ਉਹਨਾਂ ਕੋਲੋਂ ਸਿੱਖਿਆ ਲਈ, ਹੁਣ ਸਾਹਿਬ ਕਹਿੰਦੇ ਹੋਂ ਸੁੱਤੀ ਹੋਏ ਅਚਿੰਤ, ਹੁਣ ਮੈਂ ਸੌਂ ਗਈ, ਭਾਵ ਕਿ ਟਿਕ ਗਈ ਹਾਂ। ਹੁਣ ਮੈਨੂੰ ਕੋਈ ਚਿੰਤਾ ਨਹੀਂ, ਮਨ ਆਸ ਭਰਾਈ ਹੈ, ਕਿਉਂਕਿ ਮੇਰੇ ਮਨ ਦੀ ਆਸ ਪੂਰੀ ਹੋ ਗਈ ਹੈ। ਮੈਂ ਮਾਲਕ ਜੀ ਦੇ ਘਰ ਦਾ ਪ੍ਰੇਮੀ ਬਣ ਗਿਆ। ਅੰਦਰੇ ਆਸ ਸੀ ਕਿ ਮਾਲਕ ਦੇ ਚਰਨਾਂ ਵਿੱਚ ਕਿਵੇਂ ਪ੍ਰਵਾਨ ਹੋਵਾਂ। ਤੇ ਸਾਹਿਬ ਜੀ ਕਹਿੰਦੇ ਇਹ ਭਾਈ ਜੇ ਅਸੀਂ ਸੁਹਾਗਣਾ ਵੱਲ ਵੇਖਾਂਗੇ, ਜਿਵੇਂ ਆਪਾਂ ਪਿਛਲੇ ਦਿਨਾਂ ਵਿੱਚ ਵਿਚਾਰ ਕੀਤੀ ਸੀ, ਭਾਈ ਗੁਰਦਾਸ ਜੀ ਨੇ ਬਚਨ ਕਹੇ ਸਨ, ਕਹਿੰਦੇ ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਬੇਵਿਚਾਰ ਗਤ ਸਹਿਜਾ ਬੁਲਾਈਐ। ਕਹਿੰਦੇ ਪੁੱਛਦੇ ਹਾਂ ਸੁਹਾਗਣਾ ਕੋਲੋਂ ਤੁਹਾਡਾ ਘਰ ਸੁਖੀ ਕਿਵੇਂ ਹੈ, ਪਰ ਆਪਣੇ ਕਰਮ ਦੁਹਾਗਣਾ ਵਾਲੇ ਹੋਣ ਤਾਂ ਘਰ ਵਿੱਚ ਸੁੱਖ ਨਹੀਂ ਆ ਸਕਦਾ। ਜੇ ਘਰ ਵਿੱਚ ਸੁੱਖ ਲੈ ਕੇ ਆਉਣਾ ਹੈ ਤੇ ਸੁਹਾਗਣਾ ਵਰਗਾ ਜੀਵਨ ਵੀ ਬਤੀਤ ਕਰਨਾ ਪਏਗਾ। ਉਸੇ ਤਰ੍ਹਾਂ ਹੀ ਸਾਹਿਬ ਕਹਿੰਦੇ ਨੇ ਜਦੋਂ ਮੈਂ ਸੁਹਾਗਣਾ ਦੀ ਸੰਗਤ ਕਰਨ ਲੱਗ ਪਈ ਹਾਂ, ਸੁਹਾਗਣਾ ਵਾਲਾ ਜੀਵਨ ਬਣਾ ਲਿਆ, ਹੁਣ ਮੇਰੇ ਚਿੱਤ ਦੀ ਆਸ ਪੂਰੀ ਹੋ ਗਈ, ਪ੍ਰਭੂ ਪਰਮਾਤਮਾ ਨਾਲ ਮੇਰੀ ਸੁਰਤ ਇਕਮਿਕ ਹੋ ਗਈ ਹੈ। ਹਰ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ। ਹੇ ਭਾਈ, ਹੇ ਪ੍ਰਮਾਤਮਾ ਜੀ, ਜਦੋਂ ਤੁਸੀਂ ਘਰ ਵਿੱਚ ਆ ਜਾਓ, ਜਦੋਂ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਵਸ ਗਏ, ਇਸ ਤਰ੍ਹਾਂ ਜਾਪਿਆ ਜਿਵੇਂ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ, ਸਾਰੀਆਂ ਦਾਤਾਂ ਮੈਨੂੰ ਮਿਲ ਗਈਆਂ ਨੇ। ਕਿਉਂਕਿ ਜਿੰਨਾ ਚਿਰ ਤੂੰ ਨਹੀਂ ਹੈ, ਜਿੰਨਾ ਚਿਰ ਪ੍ਰਮਾਤਮਾ ਜੀ ਤੂੰ ਹਿਰਦੇ ਵਿੱਚ ਨਹੀਂ ਵਸਿਆ, ਤੇ ਮੇਰਾ ਹਿਰਦਾ ਘਰ ਖਾਲੀ ਹੈ। ਫਿਰ ਭਾਵੇਂ ਅਸੀਂ ਬਾਹਰੋਂ ਕੁਝ ਵੀ ਕਰੀ ਜਾਈਏ, ਪਰ ਜਦੋਂ ਤੂੰ ਆ ਕੇ ਵਸ ਗਿਆ, ਮੈਨੂੰ ਜਾਪਿਆ ਕਿ ਸਾਰੀਆਂ ਦਾਤਾਂ ਮੇਰੇ ਕੋਲ ਆ ਗਈਆਂ ਨੇ, ਸਾਰਾ ਕੁਝ ਮੈਨੂੰ ਪ੍ਰਾਪਤ ਹੋ ਗਿਆ ਹੈ। ਸੋ ਆਓ ਅਸੀਂ ਵੀ ਯਤਨ ਕਰੀਏ, ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣਦੇ ਹਾਂ, ਸੱਚਮੁੱਚ ਅੰਦਰੋਂ ਜੁੜੀਏ, ਸੱਚਮੁੱਚ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਗੁਰਮੁਖ ਸੁਹਾਗਣ ਬਣ ਕੇ ਜੀਵਨ ਬਤੀਤ ਕਰੀਏ ਜੀ, ਤਾਂ ਜੋ ਸਾਡੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿ